ਗੁੱਡ ਮਾਰਨਿੰਗ NRI ਸ਼ੋਅ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ ਤੇ ਦੂਸਰੇ ਸੀਨੀਅਰ ਪੱਤਰਕਾਰ ਤੇ ਮੇਰੀ ਸਹਿਯੋਗੀ ਨੇਹਾ ਸ਼ੁਕਲਾ ਜੀ। ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਨੇ, ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਨੇ ਜਿਹੜਾ ਕੱਲ ਸੱਦਾ ਦਿੱਤਾ ਸੀ ਭਾਰਤ ਬੰਦ ਦਾ, ਔਰ ਜਿਸ ਤਰ੍ਹਾਂ ਦਾ ਦੇਸ਼ ਵਾਸੀਆਂ ਵੱਲੋਂ ਉਸ ਨੂੰ ਹੰਗਾਰਾ ਮਿਲਿਆ ਤੇ ਉਸੇ ਰੌਸ਼ਨੀ ਦੇ ਵਿੱਚ ਕੱਲ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਸ਼ਾਮ ਨੂੰ ਉਹਨਾਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਤੇ ਅੱਜ ਜਿਹੜੇ ਉਹਨਾਂ ਨੂੰ ਪ੍ਰਸਤਾਵ ਉਹਨਾਂ ਨੇ ਲਿਖਤੀ ਭੇਜਣੇ ਸੀ ਕੈਬਨਿਟ ਵੱਲੋਂ, ਉਹ ਪ੍ਰਸਤਾਵ ਅੱਜ ਭੇਜੇ ਗਏ ਤੇ ਕਿਸਾਨ ਜਥੇਬੰਦੀਆਂ ਨੇ ਆਪਣੀ ਅੱਜ ਮੀਟਿੰਗ ਕਰਕੇ ਉਹ ਸਾਰੇ ਪ੍ਰਸਤਾਵ ਰੱਦ ਕਰ ਦਿੱਤੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰਿਆਂ ਦਾ, ਆਗੂਆਂ ਦਾ ਇਹ ਕਹਿਣਾ ਹੈ ਕਿ ਇਹਨਾਂ ਵਿੱਚ ਕੁਝ ਵੀ ਨਵਾਂ ਨਹੀਂ ਹੈ। ਇੱਕ ਤੇ ਦੂਸਰਾ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਇਹਦੇ ਵਿੱਚ ਉਹ ਸਾਰਾ ਕੁਝ ਹੀ ਹੈ ਜੋ ਪਹਿਲੀ ਜਿਹੜੀ ਗੇਟ ਦੀ ਮੀਟਿੰਗ ਹੋਈ ਸੀ ਕੇਂਦਰੀ ਮੰਤਰੀਆਂ ਨਾਲ, ਉਹਦੇ ਵਿੱਚ ਜੋ ਕੁਝ ਕਿਹਾ ਗਿਆ ਸੀਗਾ ਉਹੀ ਹੈ। ਇਸ ਕਰਕੇ ਇਹ ਜੋ ਕੁਝ ਸਾਡੇ ਕੋਲ ਅੱਜ ਪ੍ਰਸਤਾਵ ਆਏ ਹੈ, ਇਹ ਕਿਸਾਨਾਂ ਦਾ ਵੀ ਅਪਮਾਨ ਹੈ, ਦੇਸ਼ ਦੇ ਲੋਕਾਂ ਦਾ ਵੀ ਅਪਮਾਨ ਹੈ ਤੇ ਇਸ ਕਰਕੇ ਅਸੀਂ ਇਸ ਨੂੰ ਰੱਦ ਕਰਦੇ ਹਾਂ। ਤੇ ਉਸ ਦੇ ਨਾਲ ਉਹਨਾਂ ਨੇ ਰੱਦ ਕਰਨ ਦੇ ਨਾਲ ਨਾਲ ਆਪਣੇ ਅੰਦੋਲਨ ਨੂੰ ਤਿੱਖਾ ਕਰਨ ਦੇ ਲਈ ਹੋਰ ਵੀ ਨਵੇਂ ਜਿਹੜੇ ਪ੍ਰੋਗਰਾਮ ਲਿਖੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੀਆਂ ਸਾਰੀਆਂ ਸੜਕਾਂ ਬੰਦ ਕਰਨੀਆਂ, 12 ਦਸੰਬਰ ਨੂੰ ਕਿਸ ਤਰ੍ਹਾਂ ਉਹਨਾਂ ਨੇ ਅਗਲਾ ਪ੍ਰੋਗਰਾਮ ਹੈ ਉਹਨਾਂ ਦਾ ਕਿ ਕਿਸ ਤਰ੍ਹਾਂ ਟੋਲ ਪਲਾਜ਼ੇ ਬੰਦ ਕਰਨੇ ਆ। ਇਸ ਤਰ੍ਹਾਂ ਹੀ ਅੱਗੇ ਉਹਨਾਂ ਨੇ ਇੱਕ ਲੰਬਾ ਜਿਹੜਾ ਪ੍ਰੋਗਰਾਮ ਹੈ ਆਪਣਾ ਦਿੱਤਾ ਹੈਗਾ, ਲੋਕਾਂ ਦੇ ਸਾਹਮਣੇ ਰੱਖਿਆ ਕਿ ਕਿਸਾਨ ਅੰਦੋਲਨ ਜਿਹੜਾ ਉਹ ਕਿਸ ਤਰ੍ਹਾਂ ਤਿੱਖਾ ਕਰਨਾ ਤੇ ਕਿਸ ਤਰ੍ਹਾਂ ਸਾਰੇ ਦੇਸ਼ ਦੇ ਸਮੁੱਚੇ ਕਿਸਾਨਾਂ ਨੂੰ ਤੇ ਸਮੁੱਚੇ ਜਿਹੜਾ ਦੇਸ਼ ਦੇ ਲੋਕ ਹੈ ਉਹਨਾਂ ਨੂੰ ਨਾਲ ਜੋੜ ਕੇ ਅੱਗੇ ਵਧਣਾ। ਤੇ ਜੰਮੂ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਜਿਹੜੀ ਅੱਜ ਸਾਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਪ੍ਰਸਤਾਵ ਰੱਦ ਕੀਤੇ ਹੈ ਤੇ ਜਿਹੜਾ ਨਵਾਂ ਪ੍ਰੋਗਰਾਮ ਦਿੱਤਾ ਹੈ ਅੰਦੋਲਨ ਦਾ। ਚੰਦੂ ਸਾਹਿਬ, ਕਿਸਾਨ ਅੰਦੋਲਨ ਇਸ ਦੇ ਨਾਲ ਹੀ ਅਗਲੇ ਪੜਾਅ ਦੇ ਵਿੱਚ ਇਸ ਕਰਕੇ ਦਾਖਲ ਹੋ ਗਿਆ ਕਿਉਂਕਿ ਕਿਸਾਨਾਂ ਨੇ ਬੀਤੀ ਰਾਤ ਜਿਹੜੀ ਹੈ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨਾਲ ਗੱਲਬਾਤ ਕੀਤੀ ਸੀ। ਉੱਥੇ ਵੀ ਉਹਨਾਂ ਨੇ ਇੱਕ ਗੱਲ ਸਪਸ਼ਟ ਕਰਤੀ ਸੀ ਵੀ ਅਸੀਂ ਇਸ ਗੱਲ ਤੇ ਖੜੇ ਆ ਕਿ ਤੁਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਲਓ, ਇਹਨਾਂ ਨੂੰ ਰੱਦ ਕਰੋ। ਉਹਨਾਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਕਿਹਾ ਵੀ ਅਸੀਂ ਕੋਈ ਬਾਤ ਕਰਨਾ ਚਾਹਤੇ। ਉਹਨਾਂ ਕਿਹਾ ਜੀ 5 ਵਾਰੀ ਜਿਹੜੇ ਤੁਹਾਡੇ ਖੇਤੀਬਾੜੀ ਮੰਤਰੀ ਆ ਸਿੰਘ ਤੋਮਰ, ਉਹਨਾਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਆ। ਉਸ ਤੋਂ ਅੱਗੇ ਗੱਲਬਾਤ ਤਾਂ ਹੀ ਕੀਤੀ ਜਾਵੇ ਨਾ ਜੇ ਅਸੀਂ ਇਸ ਗੱਲ ਦੇ ਵਿੱਚ ਆਈਏ ਵੀ ਇਹ ਕਾਨੂੰਨ ਜਿਹੜੇ ਆ ਅਸੀਂ ਚਾਹੁੰਦੇ ਰੱਦ ਕੀਤੇ ਜਾਣ, ਤੁਸੀਂ ਫੇਰ ਉਸੇ ਗੱਲ ਤੇ ਆ ਜਾਂਦੇ। ਇਸ ਦੇ ਨਾਲ ਹੀ ਉਹਨਾਂ ਫਿਰ ਫਾਈਨਲੀ ਇਹ ਹੋਇਆ ਵੀ ਉਹਨਾਂ ਕਿਹਾ ਜੀ ਜੇ ਇਹੀ ਮਾਮਲਾ ਸੀਗਾ ਕਿ ਤੁਸੀਂ ਸਾਡੇ ਨਾਲ ਪਹਿਲਾਂ ਇਹਦੇ ਤੇ ਗੱਲਬਾਤ ਕਰ ਸਕਦੇ ਸੀ। ਉਹਨਾਂ ਮੰਨਿਆ, ਜੋ ਕਿਸਾਨ ਆਗੂਆਂ ਨੇ ਕਿਹਾ ਵੀ ਇਸਮੇ ਗਲਤੀ ਤਾਂ ਹੋਈ ਹੈ, ਉਹਨਾਂ ਇਹ ਗੱਲ ਐਡਮਿਟ ਕੀਤੀ ਹੈ। ਉਸ ਤੋਂ ਪਹਿਲਾਂ ਉਹਨਾਂ 9 ਸੁਝਾਵਾਂ ਦੇ ਉੱਪਰ ਵੀ ਮੰਨਿਆ ਸੀਗਾ ਵੀ ਅਸੀਂ ਇਹਨਾਂ 'ਚ ਸੋਧ ਕਰਨ ਲਈ ਤਿਆਰ ਹਾਂ। ਅੱਜ ਜਦੋਂ ਉਹਨਾਂ ਨੂੰ ਇਹ ਤਿੰਨੇ ਖੇਤੀ ਕਾਨੂੰਨਾਂ ਬਾਰੇ ਗਿਆ ਮਤਾ, ਜਿਹੜਾ ਉਹਨਾਂ ਨੂੰ ਵੱਖ ਮਤਲਬ ਮਤਾ ਭੇਜਿਆ ਗਿਆ, ਉਹਦੇ 'ਚ ਇਹ ਜਿਹੜਾ ਤੀਜਾ ਕਾਨੂੰਨ ਆ ਐਸੈਂਸ਼ੀਅਲ ਕਮੋਡਿਟੀ ਐਕਟ, ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਸ ਤੋਂ ਕਿਸਾਨ ਇਸ ਗੱਲ ਤੋਂ ਖਫਾ ਸੀਗੇ ਵੀ ਸਾਡੇ ਨਾਲ ਗੱਲ ਤਿੰਨਾਂ ਬਾਰੇ ਹੋਈ ਹੈ। ਉਸ ਤੋਂ ਨਾਲ ਬਿਜਲੀ ਜਿਹੜਾ ਪ੍ਰਸਤਾਵਿਤ ਬਿੱਲ ਆ ਉਹਦੇ ਬਾਰੇ ਵੀ ਗੱਲ ਹੋਈ ਹੈ। ਉਹਦੇ ਨਾਲ 1 ਕਰੋੜ ਵਾਲੇ ਮਾਮਲੇ ਤੇ ਵੀ ਗੱਲ ਹੋਈ, ਜੁਰਮਾਨੇ ਵਾਲੇ। ਕੇਂਦਰ ਸਰਕਾਰ ਨੇ ਜਿਹੜਾ ਉਹਨਾਂ ਨੂੰ ਮਤਾ ਭੇਜਿਆ, ਉਸ ਮਤੇ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਤਾਂ ਸੀ, ਪਰ ਜਿਹੜਾ ਇਹ ਐਸੈਂਸ਼ੀਅਲ ਕਮੋਡਿਟੀ ਜ਼ਰੂਰੀ ਵਸਤਾਂ ਵਾਲਾ ਜਿਹੜਾ ਕਾਨੂੰਨ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਭੇਜੀ ਗਈ। ਇਸ ਕਰਕੇ ਕਿਸਾਨਾਂ ਨੇ ਕਿਹਾ ਵੀ ਸਾਨੂੰ ਜੇ ਪ੍ਰਸਤਾਵ ਤੁਸੀਂ ਸਾਨੂੰ ਭੇਜੇ ਸੋਧੇ, ਸਾਨੂੰ ਇਹ ਮਨਜ਼ੂਰ ਨਹੀਂ ਹੈਗੇ। ਇਸ ਕਰਕੇ ਉਹਨਾਂ ਕਿਹਾ ਵੀ ਅਸੀਂ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਤੇ ਹੁਣ ਇਸ ਤੋਂ ਅੱਗੇ ਅਸੀਂ ਆਪਣਾ ਅੰਦੋਲਨ ਜਿਹੜਾ ਉਹਨੂੰ ਤੇਜ਼ ਕਰਾਂਗੇ। ਅੰਦੋਲਨ ਦੇ ਉਹਨਾਂ ਨੇ ਵੱਖ-ਵੱਖ ਪੜਾਅ ਬਣਾਏ ਆ। ਉਹਦੇ 'ਚ ਇਹ ਵੀ ਪੁੱਛਿਆ ਗਿਆ ਵੀ ਜੇ ਤੁਹਾਨੂੰ ਗੱਲਬਾਤ ਦਾ ਸੱਦਾ ਆਉਂਦਾ ਗੱਲਬਾਤ 'ਚ ਸ਼ਾਮਲ ਹੋਵੋਗੇ। ਉਹਨਾਂ ਕਿਹਾ ਬਿਲਕੁਲ, ਜੇ ਗੱਲਬਾਤ ਕੇਂਦਰ ਸਰਕਾਰ ਕਰਨੀ ਚਾਹੇਗੀ, ਗੱਲਬਾਤ ਲਈ ਸਾਡੇ ਦਰਵਾਜ਼ੇ ਸਦਾ ਖੁੱਲੇ ਆ। ਪਰ ਕੇਂਦਰ ਸਰਕਾਰ ਨੂੰ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੇ ਬਾਰੇ ਸਪਸ਼ਟ ਇਹਨਾਂ ਨੂੰ ਰੱਦ ਕਰਨਾ ਪਏਗਾ। ਇਸ ਦੇ ਨਾਲ ਹੀ ਇੱਕ ਹੋਰ ਡਿਵੈਲਪਮੈਂਟ ਹੈਗੀ ਕਿ ਦਿੱਲੀ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ, ਉਹਨਾਂ ਦਾ ਇੱਕ ਵਫਦ ਜਿਹੜਾ ਉਹ ਇਸ ਵੇਲੇ ਰਾਸ਼ਟਰਪਤੀ ਕੇ ਵਾਪਸ ਆ ਚੁੱਕਾ, ਉਹ ਵੀ ਇਹਨਾਂ ਕਾਨੂੰਨਾਂ ਦੇ ਬਾਰੇ ਹੀ ਗਿਆ ਸੀਗਾ। ਜੰਮੂ ਜੀ, ਹਾਂਜੀ, ਹਾਂ, ਤੁਸੀਂ ਇਹ ਦੱਸੋਗੇ ਕਿ ਕੱਲ ਉਹਨਾਂ ਨੇ, ਕਿਉਂਕਿ ਅੱਗੇ ਪਹਿਲਾਂ ਜਿਹੜੇ
40 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਮਿਲਣ ਲਈ ਜਾਂਦੇ ਸੀਗੇ ਜਦੋਂ ਕੋਈ ਵੀ ਸੱਦਾ ਆਉਂਦਾ ਸੀਗਾ ਕੇਂਦਰ ਸਰਕਾਰ ਵੱਲੋਂ, ਕੇਂਦਰੀ ਮੰਤਰੀਆਂ ਵੱਲੋਂ। ਪਰ ਕੱਲ 13 ਹੀ ਜਥੇਬੰਦੀਆਂ ਦੇ ਆਗੂ ਕਿਉਂ ਗਏ? ਇਹਦਾ ਕੀ ਕਾਰਨ ਹੈ, ਕੋਈ ਦੱਸਿਆ ਜਾ ਰਿਹਾ? ਇਹਦੇ ਬਾਰੇ ਉਹਨਾਂ ਕਿਹਾ ਵੀ ਇਸ ਬਾਰੇ ਗੱਲਬਾਤ ਚੱਲ ਰਹੀ ਵੀ ਪਹਿਲਾਂ ਵੀ ਜਦੋਂ ਸਾਰੀਆਂ ਆਰਗੇਨਾਈਜੇਸ਼ਨਾਂ ਜਾਂਦੀਆਂ ਸੀਗੀਆਂ ਗੱਲਬਾਤ ਕੁਝ ਮੀਟਿੰਗਾਂ ਦੇ ਵਿੱਚ ਸਾਰਿਆਂ ਨੇ ਕੀਤੀ, ਬਾਅਦ ਦੇ ਵਿੱਚ ਕੁਝ ਆਗੂਆਂ ਨੇ ਗੱਲਬਾਤ ਦੇ ਵਿੱਚ ਉਹਨਾਂ ਕਿਹਾ ਵੀ ਸਾਰੇ ਜਾ ਨਹੀਂ ਸਕਦੇ। ਪਰ ਉਹਨਾਂ ਨੂੰ ਇਸ ਗੱਲ ਤੇ ਹੈਰਾਨੀ ਹੋਈ ਕਿ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹੈਲੋ ਕੀ ਜਿਹੜਾ ਉਹਨਾਂ ਨੇ ਆਪਣੇ ਘੋਲ ਦਾ ਅੱਗੇ प्रोग्राम ਦਿੱਤਾ जी जंडू जी, बिल्कुल ये साफ दिख रहा है कि किस तरह से जो सरकार है बीते 15 दिनों से किसानों को गोल गोल घुमा रही है। किसान कह रहे हैं कि पुराना प्रस्ताव जिस पर किसान विरोध कर रहे थे वही भेज दिया गया, जबकि वो ये उम्मीद कर रहे थे कल शाम को जब केंद्रीय गृह मंत्री अमित शाह से उन्होंने मुलाकात की थी तब किसानों को ये उम्मीद बंधी थी थोड़ी कि जो प्रस्ताव आएगा केंद्र की सरकार की तरफ से कानूनों को लेकर वो शायद उनकी मांगों को पूरा कर सकेगा। लेकिन जब किसानों को आज शाम तक दोपहर बाद ये प्रस्ताव मिला, उस पर उन्होंने देखा, सोचा, समझा, तब ये लगा कि ये तो वही पुरानी बातें हैं जो सरकार रिपीट कर रही है। बल्कि कुछ किसान नेता जिन्होंने प्रेस वार्ता की वहां पर सिंघू बॉर्डर पर जो प्रदर्शन कर रहे थे पढ़ने के बाद प्रस्ताव को, उन्होंने कहा कि कुछ बिंदुओं पर तो सरकार वापस चली गई है, यानी वो बैकफुट पर चली गई। पहले उन्होंने मान लिया था और अब बैकफुट पर चली गई। और यही बहुत दुखद लग रहा है कि ठंड में जिस स्थिति ऐसी है कि एक किसान की मौत हो गई, अजय मोर की मौत हो गई, सोनीपत के किसान थे, 32 साल का था वो, बिल्कुल जवान किसान थे, उनकी मौत हो गई। और इसके बावजूद जो सरकार का रवैया है वो वहीं का वहीं दिख रहा है, कहीं से भी सरकार बैकफुट पर नहीं आ रही। यहाँ तक ये कहा जा रहा है कि जो एमएसपी की गारंटी सरकार ने कहा था कि वो देगी, वो भी स्थिति साफ नहीं की गई है। किसान कह रहे हैं कि एमएसपी की गारंटी की बात की गई है लेकिन इतने वेग यानी स्पष्ट तरीके से नहीं की गई है जिस पर वो भरोसा कर सके। जम्मू जी ਹਾਂਜੀ ਹਾਂਜੀ ਕੀ ਇਹਦੇ ਤੇ ਜਿਹੜਾ ਜਿਸ ਤਰ੍ਹਾਂ ਰਾਸ਼ਟਰਪਤੀ ਨੂੰ ਮਿਲ ਲਈ ਰਾਜਸੀ ਪਾਰਟੀਆਂ ਦੇ ਆਗੂ ਗਏ 5 ਦੇ, ਤੇ ਇਹ ਵੀ ਸੁਣ ਚ ਆ ਰਿਹਾ ਸੀਗਾ ਕਿ ਕਿਸਾਨ ਜਥੇਬੰਦੀਆਂ ਦੇ ਵੀ ਸ਼ਾਇਦ ਮਿਲਣ ਦੀ ਜਾਣ ਦੀ ਕੋਈ ਚਰਚਾ ਹੈਗੀ ਹੈ? ਨਹੀਂ, ਅਜੇ ਤਾਂ ਕੋਈ ਚਰਚਾ ਨਹੀਂ ਇਸ ਕਿਸਮ ਦੀ। ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਕਿਸਾਨ ਵੀ ਰਾਸ਼ਟਰਪਤੀ ਕੋਲ ਜਾਣ, ਉਹਨਾਂ ਨੂੰ ਆਪਣੀ ਗੱਲ ਕਹਿਣ ਵੀ ਆ ਸਾਡੀਆਂ ਸਮੱਸਿਆਵਾਂ ਨੇ, ਆ ਤਿੰਨੇ ਖੇਤੀ ਕਾਨੂੰਨਾਂ ਦੇ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਤੇ ਸਰਕਾਰ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਰੱਦ ਕੀਤਾ ਜਾਵੇ। ਪਰ ਅੱਜ 5 ਪਾਰਟੀਆਂ ਦੇ ਜਿਹੜੇ ਆਗੂ ਮਿਲੇ ਉਹਨਾਂ ਦਾ ਵੀ ਇਹੀ ਐਮਫੈਸਾਈਜ਼ ਸੀ ਵੀ ਕਿਸਾਨ ਅੰਦੋਲਨ ਦੇ ਮਾਮਲੇ ਦੇ ਉੱਪਰ ਰਾਸ਼ਟਰਪਤੀ ਨੂੰ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਉਹ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ, ਇਹਦੇ ਤੋਂ ਬਿਨਾਂ ਮਾਮਲਾ ਹੱਲ ਨਹੀਂ ਹੋਣਾ। ਮਤਲਬ ਕਿਸਾਨ, ਬੱਚੇ ਤੇ ਬਜ਼ੁਰਗ ਜਿਹੜੇ ਆ ਇੱਥੇ ਆਣ ਕੇ ਦਿੱਲੀ ਦੇ ਆਲੇ ਦੁਆਲੇ ਬੈਠੇ ਆ ਤੇ ਇਹ ਕੋਈ ਚੰਗਾ ਸੰਕੇਤ ਦੇਸ਼ ਭਰ ਦੇ ਵਿੱਚ ਨਹੀਂ ਜਾ ਰਿਹਾ ਤੇ ਕਿਸਾਨਾਂ ਦਾ ਅੰਦੋਲਨ ਜਿਹੜਾ ਹੋਰ ਤਿੱਖਾ ਹੋ ਸਕਦਾ। ਇਸ ਕਰਕੇ ਰਾਸ਼ਟਰਪਤੀ ਨੂੰ ਉਹ ਅਪੀਲ ਕਰਨ ਗਏ ਸੀਗੇ ਵੀ ਤੁਸੀਂ ਦਖਲ ਦਿਓ ਤੇ ਕੇਂਦਰ ਸਰਕਾਰ ਨੂੰ ਕਹੋ ਕਿ ਉਹ ਜਿਹੜਾ ਆਪਣਾ ਬੜੇ ਆ ਦੁਖਦਾਈ ਖਬਰ ਵੀ ਹੈ, ਜਿਸ ਤਰ੍ਹਾਂ ਕੱਲ ਉੱਤੇ 32 ਸਾਲ ਦਾ ਨੌਜਵਾਨ ਜਿਹੜਾ ਕਿਸਾਨ ਸੀ ਅਜੇ ਮੋਰ, ਉਹਦੀ ਡੈਥ ਹੋ ਗਈ ਠੰਡ ਦੇ ਕਾਰਨ। ਤੇ ਇਹ ਸਾਰੇ ਦੇ ਉੱਤੇ ਸਾਰੇ ਪਾਸੇ ਬੜਾ ਇਸ ਗੱਲ ਨੂੰ ਵੀ ਲਿਆ ਜਾ ਰਿਹਾ ਹੈ ਕਿ ਉੱਥੇ ਕਿਸਾਨ ਤਾਂ ਠੰਡ ਨਾਲ ਮਰ ਰਿਹਾ ਪਰ ਜਿਹੜੀ ਕੇਂਦਰ ਸਰਕਾਰ ਆ ਟਸ ਤੋਂ ਮਸ ਨਹੀਂ ਹੋ ਰਹੀ। ਇਹ ਟਸ ਤੋਂ ਮਸ ਅਜੇ ਤੱਕ ਨਹੀਂ ਹੋਈ। ਅਗਲੇ ਦਿਨਾਂ ਦੇ ਵਿੱਚ ਠੰਡ ਹੋਰ ਵਧੇਗੀ। ਅਜੇ ਠੰਡ ਦਾ ਉਹ ਸਿਖਰ ਆਇਆ ਨਹੀਂ ਤੇ ਜਦੋਂ ਉਹ ਸਿਖਰ ਆਏਗਾ ਠੰਡ ਹੋਰ ਵਧੇਗੀ। ਤੇ ਨਾ ਹੀ ਕੇਂਦਰ ਸਰਕਾਰ ਨੇ, ਮੇਰਾ ਖਿਆਲ ਹੁਣ ਤੱਕ 1 ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਇਸ ਅੰਦੋਲਨ ਦੌਰਾਨ। ਪੰਜਾਬ ਸਰਕਾਰ ਨੇ ਤਾਂ ਉਹਨਾਂ ਨੂੰ 5-5 ਲੱਖ ਦੇਣ ਦਾ ਐਲਾਨ ਕੀਤਾ ਤੇ ਦਿੱਤਾ ਵੀ ਹੈ, ਪਰ ਕੇਂਦਰ ਸਰਕਾਰ ਨੇ ਅਜੇ ਤੱਕ ਉਹਨਾਂ ਬਾਰੇ ਕੋਈ ਇੱਕ ਸ਼ਬਦ ਵੀ ਨਹੀਂ ਕਿਹਾ ਕਿ ਜਿਹੜੇ ਕਿਸਾਨ ਇਸ ਅੰਦੋਲਨ 'ਚ ਦਮ ਤੋੜ ਗਏ ਆ, ਸ਼ਹੀਦ ਹੋ ਗਏ ਆ, ਉਹਨਾਂ ਬਾਰੇ ਕੋਈ ਵਿਚਾਰ ਵਟਾਂਦਰਾ ਕੀਤਾ, ਕੋਈ ਇਸ ਕਿਸਮ ਦਾ ਭਰੋਸਾ ਨਹੀਂ ਦਿੱਤਾ ਵੀ ਉਹਨਾਂ ਦੇ ਵਾਰਸਾਂ ਦੀ ਵੀ ਕੋਈ ਮਦਦ ਕੀਤੀ ਜਾਏਗੀ। ਇਹ ਇੱਕ ਮਾੜਾ ਪਹਿਲੂ ਆ ਤੇ ਅਗਲੇ ਦਿਨਾਂ ਦੇ ਵਿੱਚ ਜਦੋਂ ਠੰਡ ਹੋਰ ਵਧੇਗੀ ਤਾਂ ਮੇਰਾ ਖਿਆਲ ਇਹ ਜਿਹੜੀਆਂ ਗੱਲਾਂ, ਜਿਹੜੇ ਬਜ਼ੁਰਗ ਸ਼ਾਮਲ ਨੇ, ਜਿਹੜੇ ਹੋਰ ਬੱਚੇ ਵੀ ਸ਼ਾਮਲ ਨੇ ਇਹਦੇ 'ਚ, ਉਹ ਕਿਸ ਕਿਸਮ ਨੂੰ ਜਾਏਗਾ ਰਸਤਾ, ਮਤਲਬ ਉਹਨੂੰ ਸੋਚ ਕੇ, ਮਤਲਬ ਕਿਉਂਕਿ ਹੌਲੀ ਹੌਲੀ ਲੋਕ ਅੰਦਰਾਂ ਦੇ ਵਿੱਚ ਤੜਦੇ ਆ ਜਦੋਂ ਠੰਡ ਪੂਰੀ ਆ ਜਾਂਦੀ ਹੈ ਤੇ ਇਸ ਕਰਕੇ ਸਥਿਤੀ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ। ਤੇ ਦੂਜਾ, ਜਦੋਂ ਪੰਜੇ ਜਿਹੜੇ 2 ਰਸਤੇ ਹੋਰ ਰਹਿੰਦੇ ਆ। ਜੰਮੂ ਜੀ ਮੈਂ ਦੁਬਾਰਾ ਆਉਣਾ, ਜੰਮੂ ਜੀ ਤੁਹਾਡੇ ਕੋਲੇ ਦੁਬਾਰਾ ਆਉਣਾ ਮੈਂ ਤੁਹਾਡੇ ਕੋਲੇ। ਨੇਹਾ ਜੀ, ਜਿਸ ਤਰ੍ਹਾਂ ਅੱਜ 5 ਰਾਜਸੀ ਪਾਰਟੀਆਂ ਨੇ ਬਕਾਇਦਾ ਜਾ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਇਹ ਗੱਲ ਕਰ ਰਹੀਆਂ
ਕਿ ਰਾਜਸੀ ਪਾਰਟੀਆਂ ਨੂੰ ਅਸੀਂ ਨਹੀਂ ਕਿਹਾ ਕਿ ਤੁਸੀਂ ਆਓ, ਪਰ ਉਹ ਇਸ ਮਸਲੇ में ਜੇ आने नहीं ਉਹਨਾਂ ਨੇ देंगे। ਸਾਡੇ ਸ਼ਮੂਲੀਅਤ ਵੀ ਕਰਨੀ ਹੈ जी। ਤਾਂ ਉਹ ਬਕਾਇਦਾ ਆਪਣਾ ਝੰਡਾ ਪਾਸੇ ਰੱਖ ਕੇ ਆਉਣ। ਔਰ ਅਸੀਂ ਨਾ ਕਿਸੇ ਆਪਣੀ ਸਟੇਜ ਦੇ ਉੱਤੇ ਕਿਸੇ ਰਾਜਸੀ ਆਗੂ ਨੂੰ ਬੋਲਣ ਦੇਣਾ। ਪਰ ਜਿਸ ਤਰ੍ਹਾਂ ਅੱਜ ਰਾਜਸੀ ਪਾर्टियां राष्ट्रपति ਨੂੰ ਇਸ मामले लेके मिलन गई, ਤੁਸੀਂ ਇਸ ਨੂੰ किस तरह देखते हो? जी बिल्कुल, जो विपक्षी दल हैं केंद्र में वो ये भूमिका निभा रहे हैं कि एक लोकतांत्रिक देश के नाते जो विपक्षी दलों की भूमिका होती है कि आवाज़ पहुंचाई जाए, और शायद यही काम कर रहे हैं, चाहे वो कांग्रेस हो चाहे वो एनसीपी हो, और वो यही कोशिश कर रहे हैं, डीएमके हो। और इसी कोशिश में वो राष्ट्रपति से मिलने गए और उन्होंने मांग की है कि जो माहौल है इस वक्त देश का वो ये कह रहा है कि कानून जो है वो हर हाल में वापस लिए जाने चाहिए, और यही मांग उन्होंने ज्ञापन सौंपकर राष्ट्रपति से की है। उन्हें उम्मीद है कि राष्ट्रपति शायद उनकी आवाज़ सुन लेंगे, लेकिन ऐसा लगता नहीं है, क्योंकि केंद्र में जिस तरह से मोदी और अमित शाह की जोड़ी डोमिनेट करती रही है शुरू से, उनके जो काम करने का जो तरीका देखा जाए तो ये यही कहता है कि उनका ही दबदबा एक तरीके से केंद्र में बना रहता है। बेशक राष्ट्रपति के पास आवाज़ उठाई जाए, लेकिन ये आवाज़ कितनी सुनी जाएगी इस पर शक तो बिल्कुल बनता है। और इसी बीच ये जंडू जी मैं कहना चाहूंगी कि किसानों के लिए ये बहुत दुखद है। किसान कह रहे हैं कि आम जनता तक हमारे साथ है, यानी एक ऐसा देश, लोकतांत्रिक देश, जिसका जो किसान है वो 75% किसान, और उसके साथ साथ आम जनता भी वो ये समर्थन कर रही है, वो ये मांग कर रही है कि तीनों जो कानून है वो वापस लिए जाने चाहिए। लेकिन जो मोदी और अमित शाह की सरकार है केंद्र में, एनडीए की सरकार, वो इस मांग पर बिल्कुल ही सहमत नहीं हो रहे हैं। छठे दौर की भी बातचीत हो गई है, लेकिन वहीं का वहीं ये मामला फंसा हुआ है। यहाँ एक और यहाँ पर ध्यान में दर्शकों का खींचना चाहूंगी कि यहाँ तक कि जो यूएस के लॉ मेकर्स हैं, उन्होंने भी एक पत्र लिखकर भारतीय गवर्नमेंट को ये कहा है कि देश में, भारत में जो हो रहा है वो उसको डिसएग्री किया जाएगा। 35 इंडो कनेडियन जथेबंदियां भी हैगियां ਜਿਹੜੇ ਉੱਥੇ ਲੋਕ ਕੈਨੇਡਾ 'ਚ गए हुए है, प्रवासी भाईचारा साडा, उन्होंने भी इस गल की किसानों की हिमायत की है। जी, वो ये कह रहे हैं कि किसानों को पूरा हक है, और जिस तरह से सरकार जो है, सरकार इस तरह की आवाज़ों को, इस तरह के प्रदर्शनों को दबाने की कोशिश कर रही है, जो सरकारी रवैया है इन प्रदर्शनों के तहत, वो बहुत ही निंदनीय है, निंदा की गई है बाकायदा यूएस लॉ मेकर्स की तरफ से, जो बहुत दुख है। एक लोकतांत्रिक देश होने के नाते जो छवि जो है भारत की दुनिया में बहुत ही नकारात्मक तरीके से जा रही है। हाँ नेहा जी, मैं दोबारा आना तुहाडे कोले। हाँ जम्मू जी, जम्मू जी, इस तरह के जिस तरह किसान जथेबंदियां का कहना सीगा कि ਉਹ ਕਿਸੇ ਰਾਜਸੀ ਪਾਰਟੀ ਦੇ ਝੰਡੇ ਨੂੰ ਨਾ ਇੱਥੇ ਪ੍ਰਵਾਨ ਕਰਦੀਆਂ, ਆਪਣੇ ਨਾ ਆਪਣੀ ਸਟੇਜ ਤੇ ਕਿਸੇ ਰਾਜਸੀ ਆਗੂ ਨੂੰ ਬੋਲਣ ਦੇਣਗੀਆਂ, ਔਰ ਆਪਣੇ ਤੌਰ ਤੇ ਰਾਜਸੀ ਪਾਰਟੀਆਂ ਜੋ ਕਰ ਰਹੀਆਂ, ਤਾਂ ਹੁਣ ਜਿਸ ਤਰ੍ਹਾਂ ਰਾਸ਼ਟਰਪਤੀ ਨੂੰ ਮਿਲਣ ਲਈ ਗਈਆਂ ਹੈਗੀਆਂ 5 ਰਾਜਸੀ ਪਾਰਟੀਆਂ, ਤਾਂ ਇਹਨਾਂ ਬਾਰੇ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ? ਉਹਨਾਂ ਦਾ ਇਹੀ ਕਹਿਣਾ ਵੀ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਉਹਨਾਂ ਦਾ ਆਪਣਾ ਪ੍ਰੋਗਰਾਮ ਹੈ, ਉਹ ਆਪਣੇ ਤੌਰ ਤੇ ਜਾਣ, ਅਸੀਂ ਉਹਨਾਂ ਦਾ ਸਵਾਗਤ ਕਰਦੇ, ਉਹਦੇ ਬਾਰੇ ਸਾਨੂੰ ਨਹੀਂ। ਪਰ ਉਹਨਾਂ ਕਿਹਾ ਵੀ ਅਸੀਂ ਆਪਣਾ ਅੰਦੋਲਨ ਜਿਹੜਾ ਨਿਰਪੱਖ ਢੰਗ ਨਾਲ ਜਿਹੜਾ ਉਹ ਚਲਾਉਣਾ, ਇਹਦੇ ਵਿੱਚ ਜੇ ਕਿਸੇ ਆਗੂ ਨੇ ਆਉਣਾ ਵੀ ਹੈ, ਉਹ ਆਪਣਾ ਡੰਡਾ ਝੰਡਾ ਪਾਸੇ ਰੱਖ ਕੇ ਆਵੇ। ਅਸੀਂ ਇਸ ਸਟੇਜ ਦੇ ਉੱਪਰ ਕੋਈ ਰਾਜਨੀਤੀ ਨਹੀਂ ਕਰਨੀ, ਨਾ ਹੋਣ ਦੇਣੀ ਹੈ। ਉਹ ਅਜੇ ਤੱਕ ਆਪਣੀ ਇਸ ਗੱਲ ਦੇ ਉੱਪਰ ਕਾਇਮ ਨੇ ਤੇ ਆਉਣ ਵਾਲੇ ਦਿਨਾਂ 'ਚ ਵੀ ਕਾਇਮ ਰਹਿਣਗੇ। ਭਾਵੇਂ ਕਿ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਕਾਂਗਰਸ ਪਾਰਟੀ ਕਾਫੀ ਦੇਰ ਤੋਂ ਉਹਨਾਂ ਦੇ ਹੱਕ ਦੇ ਵਿੱਚ ਹੈ, ਖੱਬੀਆਂ ਪਾਰਟੀਆਂ ਕਾਫੀ ਦੇਰ ਤੋਂ ਉਹਨਾਂ ਦੇ ਹੱਕ ਦੇ ਵਿੱਚ ਨੇ, ਹੋਰ ਪਾਰਟੀਆਂ ਵੀ ਹੱਕ ਦੇ ਵਿੱਚ, ਕੱਲੀ ਬੀਜੇਪੀ ਹੈ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੀ। ਇਸ ਕਰਕੇ ਉਹ ਪਾਰਟੀਆਂ ਆਪਣੇ ਤਰੀਕੇ ਨਾਲ, ਕਾਂਗਰਸ ਨੇ ਪੰਜਾਬ ਦੇ ਵਿੱਚ ਜਿਹੜਾ ਆਪਾਂ ਦੇਖਦੇ ਹਾਂ ਵੀ ਟਰੈਕਟਰ ਮਾਰਚ ਕੀਤਾ ਸੀਗਾ ਜਦੋਂ ਰਾਹੁਲ ਗਾਂਧੀ ਆਏ ਸੀ, ਐਵੇਂ ਹਰਿਆਣਾ ਦੇ ਵਿੱਚ ਪਾਰਟੀ ਵਾਲੇ ਜਿਹੜੇ ਆ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਦੇ ਵਿੱਚ ਰਾਜਪਾਲ ਨੂੰ ਮਿਲੇ ਸੀਗੇ। ਹੁਣ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਮਲੇ ਤੇ, ਆਮ ਆਦਮੀ ਪਾਰਟੀ ਵੀ ਇਸ ਮਾਮਲੇ ਹਮਾਇਤ ਦੇ ਵਿੱਚ ਹੈ। ਉਹ ਕਹਿੰਦੇ ਵੀ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਹ ਆਪਣੇ ਤੌਰ ਤੇ ਜੋ ਮਰਜ਼ੀ ਕਰਨ, ਜੋ ਕਿਸਾਨਾਂ ਦੇ ਹੱਕ 'ਚ ਸਟੈਂਡ ਲੈ ਸਕਦੀਆਂ ਉਹ ਕਰਨ, ਪਰ ਅਸੀਂ ਆਪਣੀ ਜਿਹੜੀਆਂ ਅਸੀਂ ਆਪਣਾ ਜਿਹੜਾ ਅੰਦੋਲਨ ਆ ਇਹਨੂੰ ਰਾਜਨੀਤੀ ਤੋਂ ਵੱਖ ਰੱਖਣਾ, ਤੋਂ ਅਜੇ ਤੱਕ ਇਸ ਮਾਮਲੇ ਦੇ ਵਿੱਚ ਕਾਮਯਾਬ ਨੇ। ਇਸ ਕਰਕੇ ਅੰਦੋਲਨ ਜਿਹੜਾ ਉਹਨਾਂ ਦਾ ਸਫਲਤਾ ਪੂਰਵਕ ਚੱਲ ਰਿਹਾ, ਉਹ ਸਾਰਾ ਕੁਝ ਉਹਨਾਂ ਦਾ ਕੰਮਕਾਜ ਬੜਾ ਡੈਮੋਕ੍ਰੈਟਿਕ ਢੰਗ ਨਾਲ, ਪਰ ਉਹ ਨਾਲ ਆਪਣੇ ਜਿਹੜੇ ਕਾਡਰ ਹੈ, ਜਿਹੜੇ ਉੱਥੇ ਗਏ ਸਾਰੇ ਦਿੱਲੀ ਦੇ ਵਿੱਚ ਬਾਰਡਰ ਦੇ ਉੱਪਰ ਬੈਠੇ ਕਿਸਾਨ, ਉਹਨਾਂ ਨੂੰ ਇਸ ਗੱਲ ਵੀ ਸਿੱਖਿਅਤ ਕਰ ਰਿਹਾ, ਸਿੱਖਿਆ ਦੇ ਰਿਹਾ ਵੀ ਅਸੀਂ ਕਿਸੇ ਦੇ ਬਹਿਕਾਵੇ 'ਚ ਨਹੀਂ ਆਉਣਾ, ਭੜਕਾੜ ਦੇ ਵਿੱਚ ਨਹੀਂ ਆਉਣਾ, ਅਸੀਂ ਆਪਣਾ ਅੰਦੋਲਨ ਸ਼ਾਂਤਮਈ ਚਲਾਉਣਾ, ਤੇ ਨਾਲ ਉਹ
ਉਹਨਾਂ ਦੱਸ ਰਹੇ ਵੀ ਇਹੋ ਜਿਹਾ ਵੀ ਇੰਪ੍ਰੈਸ਼ਨ ਨਹੀਂ ਜਾਣਾ ਚਾਹੀਦਾ, ਇਹੋ ਜਿਹਾ ਲੋਕਾਂ ਦੇ ਵਿੱਚ ਸੰਕੇਤ ਨਹੀਂ ਜਾਣਾ ਚਾਹੀਦਾ ਕਿ ਸਾਡੇ ਵਿੱਚ ਕੋਈ ਮਤਭੇਦ ਨੇ। ਅਸੀਂ ਆਪਣੇ ਸਾਰੇ ਮਤਭੇਦ ਜਿਹੜੇ ਡੈਮੋਕ੍ਰੈਟਿਕ ਢੰਗ ਨਾਲ, ਜਮਹੂਰੀ ਢੰਗ ਨਾਲ ਇਹਨਾਂ ਨੂੰ ਹੱਲ ਕਰਦੇ ਆ ਤੇ ਸਾਰੇ ਮਿਲ ਕੇ ਹੀ ਫੈਸਲੇ ਕਰਦੇ ਆ। ਤੇ ਹੁਣ ਜਿਹੜੇ ਉਹਨਾਂ ਨੇ ਫੈਸਲੇ ਲਏ, ਇਹਨਾਂ ਦੇ ਦੇਸ਼ ਭਰ ਦੇ ਵਿੱਚ ਉਹਨਾਂ ਨੇ 2-3 ਫੈਸਲੇ ਕੀਤੇ ਆ। 12 ਤੱਕ ਜਿਹੜੇ ਦਿੱਲੀ ਦੇ 2 ਬਾਰਡਰ ਖਾਲੀ ਸੀਗੇ। ਜੰਮੂ ਜੀ, ਹਾਂਜੀ ਹਾਂਜੀ ਹੈਗਾ ਕਿ ਇੱਕ ਜਿਹੜੇ ਸਾਬਕਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਜਿਹੜੇ ਕਿ ਐਨਡੀਏ ਦੇ ਸ਼ੁਰੂ ਤੋਂ ਹੀ ਮੈਂਬਰ ਰਹੇ ਸੀਗੇ, ਬੇਸ਼ੱਕ ਹੁਣ ਐਨਡੀਏ ਤੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਆ ਗਿਆ, ਉਹਨਾਂ ਵੀ ਇੱਕ ਚਿੱਠੀ ਲਿਖੀ ਸੀਗੀ ਪ੍ਰਧਾਨ ਮੰਤਰੀ ਨੂੰ, ਔਰ ਪ੍ਰਧਾਨ ਮੰਤਰੀ ਨੇ ਕੱਲ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਫੋਨ ਤੇ ਵਧਾਈ ਵੀ ਦਿੱਤੀ ਔਰ ਨਾਲ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੇ ਬਾਰੇ ਕੋਈ ਪਤਾ ਲੱਗਿਆ? ਦੇਖੋ, ਪ੍ਰਧਾਨ ਮੰਤਰੀ ਨੂੰ ਉਹਨਾਂ ਨੂੰ ਚਿੱਠੀ ਦੀ ਜ਼ਰੂਰ ਚਰਚਾ ਹੈ, ਪਰ ਗੱਲ ਇਹਦੇ ਨਾਲ ਹੁਣ ਚਿੱਠੀਆਂ ਦਾ ਜਿਹੜਾ ਮਾਮਲਾ, ਇੱਕ ਪਾਸੇ ਇਹ ਅੰਦੋਲਨ ਨੂੰ ਥੋੜੀ ਜਿਹੀ ਮਦਦ ਹੋ ਸਕਦੀ ਹੈ, ਅਦਰਵਾਈਜ਼ ਜਿਹੜਾ ਅਕਾਲੀ ਦਲ ਨੇ ਜੂ ਟਰਨ ਲਈ ਆ, ਹੁਣ ਅਕਾਲੀ ਦਲ ਜਿਹੜਾ ਵੱਧ ਅਧਿਕਾਰਾਂ ਦੇ ਮੁੱਦੇ ਦੇ ਉੱਪਰ, ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਮਹਾਰਾਸ਼ਟਰ ਗਏ ਸੀਗੇ, ਉੱਥੋਂ ਦੇ ਮੁੱਖ ਮੰਤਰੀ ਨੂੰ ਵੀ ਮਿਲ ਕੇ ਆਏ ਆ, ਹੁਣ ਉਹ ਵੱਧ ਅਧਿਕਾਰਾਂ ਦੇ ਮੁੱਦੇ ਦੇ ਉੱਪਰ ਕੋਈ ਮੁਹਿੰਮ ਬਣਾਉਣਾ ਚਾਹੁੰਦੇ, ਇਹਦੇ ਉੱਪਰ ਅੱਗੇ ਵਧਣਾ ਚਾਹੁੰਦੇ ਆ। ਇਹੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਸਾਰਾ ਕੁਝ ਪਹਿਲਾਂ ਵੱਧ ਅਧਿਕਾਰਾਂ ਦੇ ਨਾਂ ਦੇ ਉੱਪਰ ਛੱਡ ਦਿੱਤਾ ਸੀਗਾ, ਹੁਣ ਦੁਬਾਰਾ ਉਸੇ ਪਾਸੇ ਵੱਲ ਨੂੰ ਆਉਣਾ ਚਾਹੁੰਦੇ ਆ। ਇਹ ਚੰਗੀ ਗੱਲ ਹੈ, ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ, ਪਰ ਇੰਨਾ ਹੀ ਨਹੀਂ ਹੋਣਾ ਚਾਹੀਦਾ ਕਿ ਸੱਤਾ ਦੇ ਵਿੱਚ ਆਉਂਦੇ ਹੀ ਉਹ ਬਦਲ ਜਾਣ। ਇਹਦੇ ਉੱਪਰ ਲਗਾਤਾਰ ਕਾਇਮ ਰਹਿਣ ਦੀ ਲੋੜ ਹੈਗੀ ਆ। ਇਸ ਵੇਲੇ ਸਭ ਤੋਂ ਵੱਧ ਜਿਹੜਾ ਧੱਕਾ ਜਿਹੜਾ ਨਾ, ਸੱਟ ਜਿਹੜੀ ਆ ਵੱਧ ਅਧਿਕਾਰਾਂ ਨੂੰ ਲੱਗੀ ਆ, ਫੈਡਰਲਿਜ਼ਮ ਨੂੰ ਲੱਗੀ ਆ। ਇਹਦੇ ਕਰਕੇ ਦੇਸ਼ ਦਾ ਜਿਹੜਾ ਸੰਘੀ ਢਾਂਚਾ ਉਹ ਕਮਜ਼ੋਰ ਹੋਇਆ। ਜਿੰਨੀਆਂ ਵੀ ਪਾਰਟੀਆਂ ਉਹਨਾਂ ਦਾ ਵੈਲਕਮ ਹੋਣਾ ਚਾਹੀਦਾ। ਚੰਗਾ, ਮਤਲਬ ਠੀਕ ਹੈ, ਆਪਣਾ ਇੱਕ ਕਹਾਵਤ ਆ, ਦੇਰ ਆਇਦ ਦਰੁਸਤ ਆਇਦ, ਉਹ ਆ ਗਏ, ਚੰਗੀ ਗੱਲ ਆ, ਉਹਨਾਂ ਦੇ ਤੇ ਲਿਖਿਆ ਵੀ ਹੈ। ਜੰਮੂ ਜੀ, ਮੈਂ ਦੁਬਾਰਾ ਆਉਣਾ ਤੁਹਾਡੇ ਕੋਲ, ਇੱਕ ਚੰਗੀ ਗੱਲ ਹੈ ਇਸ ਢੰਗ ਚ ਦੁਬਾਰਾ ਆਉਣਾ ਤੁਹਾਡੇ ਕੋਲ। ਜੰਮੂ ਜੀ, ਮੈਂ ਨੇਹਾ ਜੀ, ਕੀ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿसान मोर्चे ने अगला प्रोग्राम की लिखा कोल दा जब उन्होंने सारा कोई रद्द कर दिता? जी, उन्होंने साफ कहा है कि अब जो आंदोलन है उनका और उग्र हो जाएगा, यानी अब और उग्र तरीके से अपना आंदोलन तेज करेंगे और देश के हर हिस्से में करेंगे। जिला स्तर पर प्रदर्शन शुरू किया जाएगा। 12 दिसंबर को उनका कार्यक्रम है कि वो पूरे देश का जो टोल है, टोल प्लाजा है, उसे फ्री कर देंगे। साथ ही साथ 14 दिसंबर को भी उन्होंने कहा है कि वो हाईवे ब्लॉक करेंगे, दिल्ली आगरा हाईवे, दिल्ली जयपुर हाईवे जो है वो ब्लॉक करेंगे, दिल्ली की एक एक सड़कें वहां पर जाम कर देंगे किसान, उन्होंने ये कहा। साथ ही एक बड़ी बात किसान नेताओं ने ये कही है कि अब जो किसान है वो जियो का जो सिम है उसको ब्लॉक कर देंगे, यानी जियो कंपनी की जो टेलीफोन सेवाएं हैं उसको ब्लॉक करेंगे और अंबानी अडानी के जितने पेट्रोल पंप है वहां भी उनका बहिष्कार किया जाएगा। ये भी वो मांग कर रहे हैं और इस बिंदुओं पर भी जनता का समर्थन मांग रहे हैं। तो एक बड़ा उग्र होता दिख रहा है पूरे देश में। किसानों का जो आंदोलन है अब काफी उग्र हो रहा है, क्योंकि किसान कह रहे हैं कि हम लगातार ठंड में भी, यहाँ तक कि आपने हमारे ऊपर टियर गैस का इस्तेमाल किया, वाटर कैनन का इस्तेमाल किया, उसके बावजूद हम अपनी मांग कर रहे हैं, लेकिन आप हमारी मांगों को ध्यान नहीं दे रहे हैं। एक ही बात को बार बार दोहराया जा रहा है। कभी कह रहे हैं कि कभी अमित शाह बुलाते हैं तो उम्मीद बनती है, उससे पहले तोमर कहते हैं कि हम संशोधन के लिए तैयार हैं, लेकिन इतनी खामियां हैं जब इस कानून में और बिना संसद में बहस के इस कानून को ला दिया गया है, तो ये कितना बड़ा अपमान किसानों का है। राहुल गांधी ने भी आज ये कहा है कि बिना संसद की जो प्रक्रिया है उसके ये कानून लाया गया है, जो कि किसानों का एक बहुत बड़ा अपमान है। जम्मू जी, मैं ਤੁਸੀਂ ਇਸ ਘੋਲ ਤੇ ਜਿਹੜਾ ਅਗਲਾ ਪੜਾਅ ਹੈਗਾ, ਜਿਹੜਾ ਕਿਸਾਨਾਂ ਨੇ ਐਲਾਨ ਕੀਤਾ ਅੱਜ ਕਿ ਉਹ ਆਪਣੇ ਅੰਦੋਲਨ ਨੂੰ ਕਿਸ ਤਰ੍ਹਾਂ ਅੱਗੇ ਤਿੱਖਾ ਕਰਨੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਿਆ ਜੀ, ਇਹ 12 ਤਰੀਕ ਤੱਕ ਉਹਨਾਂ ਕਿਹਾ, 12 ਦਸੰਬਰ ਤੱਕ ਜਿਹੜਾ 2 ਹਾਈਵੇ ਰਹਿੰਦੇ ਆ, ਇੱਕ ਯੂਪੀ ਵਾਲਾ ਤੇ ਇੱਕ ਰਾਜਸਥਾਨ ਵਾਲਾ, ਉਹ ਬੰਦ ਕੀਤੇ ਜਾਣਗੇ। ਉਹ ਤੋਂ ਪਹਿਲਾਂ ਵੀ ਹੋ ਸਕਦੇ, 12 ਤਰੀਕ ਤੱਕ ਹਰ ਹਾਲਤ ਦੇ ਵਿੱਚ ਬੰਦ ਕਰ ਦਿੱਤੇ ਜਾਣਗੇ। ਹੁਣ ਰਾਜਸਥਾਨ ਦੇ ਕਿਸਾਨ, ਉੱਥੇ ਪੰਚਾਇਤ ਚੋਣਾਂ ਖਤਮ ਹੋ ਗਈਆਂ, ਇਸ ਕਰਕੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਆਉਣਗੇ। ਯੂਪੀ ਤੋਂ ਕਿਸਾਨ ਵੀ ਆਉਣਗੇ ਤੇ ਇਸ ਕਰਕੇ 12 ਤਰੀਕ ਤੱਕ ਜਿਹੜਾ ਇਹਨਾਂ ਨੂੰ ਬੰਦ ਕੀਤਾ ਜਾਏਗਾ ਦੋਨਾਂ ਨੂੰ। ਪਹਿਲਾਂ ਉਹਨਾਂ ਕਿਹਾ ਸੀ ਵੀ ਅਸੀਂ ਦਿੱਲੀ ਦੇ ਆਲੇ ਦੁਆਲੇ, ਮਤਲਬ ਜਿਹੜਾ ਉਹ ਇਹਨੂੰ ਸਾਰੇ ਕਾਸੇ ਨੂੰ ਡੇਰਾ ਅਸੀਂ ਜਮਾ ਲਿਆ, ਤੇ ਹੁਣ ਜਿਹੜਾ ਅਗਲਾ ਜਿਹੜਾ ਨਾ ਉਹ ਕੰਮ ਦਿੱਲੀ ਨੂੰ ਬਾਕੀ ਪਾਸਿਆਂ ਤੋਂ ਵੀ ਘੇਰਨਾ ਹੋਏਗਾ। ਇੱਕ ਉਹਨਾਂ ਸਪਸ਼ਟ ਕੀਤਾ ਵੀ ਅਸੀਂ ਦਿੱਲੀ ਦੇ ਵਿੱਚ ਐਂਟਰ ਨਹੀਂ ਕਰਨਾ, ਦਿੱਲੀ ਦੇ ਬਾਹਰ ਰਹਿ ਕੇ ਜਿਹੜਾ ਆਪਣਾ ਪ੍ਰੋਗਰਾਮ ਚਲਾਉਣਾ। 14 ਦਸੰਬਰ ਨੂੰ ਉਹਨਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਅੰਦੋਲਨ ਕੀਤਾ ਜਾਏਗਾ। ਡਿਪਟੀ ਕਮਿਸ਼ਨਰਾਂ ਦੇ ਜਿੰਨੇ ਵੀ ਦਫ਼ਤਰ, ਉਹਨਾਂ ਸਾਰਿਆਂ ਦੇ ਵਿੱਚ ਇਹ ਅੰਦੋਲਨ ਕੀਤਾ ਜਾਏਗਾ। ਇਸ ਅੰਦੋਲਨ ਨੂੰ 14 ਤਰੀਕ ਤੋਂ ਬਾਅਦ ਜਿਹੜਾ ਸਾਊਥ ਦੱਖਣੀ ਭਾਰਤ ਹੈ,
ਉਹਦੇ ਵਿੱਚ ਲਗਾਤਾਰ ਚਲਾਇਆ ਜਾਏਗਾ। ਇੱਥੇ ਜਿਹੜਾ 6 ਸੂਬਿਆਂ ਦੇ ਜਿਹੜੇ ਲੋਕ ਨੇ, ਜਿਨ੍ਹਾਂ ਦੇ ਵਿੱਚ ਪੰਜਾਬ ਹੈ, ਹਰਿਆਣਾ ਹੈ, ਉੱਤਰਾਖੰਡ ਹੈ, ਉੱਤਰ ਪ੍ਰਦੇਸ਼ ਹੈ, ਉਸਦੇ ਨਾਲ ਰਾਜਸਥਾਨ ਹੈ, ਇਹ ਸਾਰੇ ਜਿਹੜੇ ਕਿਸਾਨ ਹੈ ਇਹ ਤਾਂ ਦਿੱਲੀ ਦੇ ਆਲੇ ਦੁਆਲੇ ਹੀ ਰਹਿਣਗੇ। ਜਿਹੜੇ ਬਾਕੀ ਸੂਬਿਆਂ ਦੇ ਕਿਸਾਨ ਹੈ ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਇਸ ਅੰਦੋਲਨ ਨੂੰ ਮਗਾਉਣਗੇ। ਉਹ ਜਿਹੜਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਜਿਹੜੇ ਉਹ ਕਰਨਗੇ। ਉਸ ਤੋਂ ਜਿੱਦਣ ਟੋਲ ਫ੍ਰੀ ਕਰਨਾ 12 ਨੂੰ, ਉਸ ਦਿਨ ਵੀ ਸਾਰੇ ਦੇਸ਼ ਦੇ ਕਿਸਾਨ ਜਿਹੜੇ ਆ ਉਹ ਆਪਣਾ ਅਗਲਾ ਕਦਮ ਚੁੱਕਣਗੇ। ਤੇ ਇਸ ਤਰੀਕੇ ਨਾਲ ਇਹ ਅੰਦੋਲਨ ਜਿਹੜਾ ਅਗਲੇ ਦਿਨਾਂ ਦੇ ਵਿੱਚ ਹੋਰ ਤੇਜ਼ ਹੋਏਗਾ। ਮਤਲਬ ਅਗਲੇ ਪੜਾਅ ਦੇ ਵਿੱਚ, ਇਸੇ ਕਰਕੇ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ, ਇਹ ਅੰਦੋਲਨ ਹੁਣ ਅਗਲੇ ਦੌਰ ਦੇ ਵਿੱਚ ਦਾਖਲ ਹੋ ਗਿਆ। ਜੇ ਸਰਕਾਰ ਚਾਹਵੇ ਤੇ ਠੰਡ ਨੂੰ ਮਹਿਸੂਸ ਕਰੇ, ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਮਹਿਸੂਸ ਕਰੇ, ਉਹਨੂੰ ਜਿੰਨੇ ਉਹਨਾਂ ਨੇ ਸੋਧ ਕੀਤੀਆਂ ਇਹਨਾਂ 3 ਕਾਨੂੰਨਾਂ ਦੇ ਵਿੱਚ, ਸੋਧ ਦੀ ਥਾਂ ਤੇ ਉਹਨਾਂ ਨੂੰ ਇਹ ਬਿੱਲ ਵਾਪਸ ਲੈ ਲੈਣੇ ਚਾਹੀਦੇ, ਕਾਨੂੰਨ ਵਾਪਸ ਲੈਣਾ ਚਾਹੀਦਾ। ਉਸ ਤੋਂ ਬਾਅਦ ਕੋਈ ਹੋਰ ਗੱਲਬਾਤ ਕੀਤੀ ਜਾ ਸਕਦੀ ਹੈ ਵੀ ਕਿਵੇਂ ਹੋਰ ਇਹਨਾਂ ਨੂੰ ਸੁਧਾਰ ਕੀਤਾ ਜਾ ਸਕਦਾ, ਖੇਤੀ ਦੇ ਵਿੱਚ ਕਿਵੇਂ ਰਿਫਾਰਮ ਕੀਤੇ ਜਾ ਸਕਦੇ ਆ। ਪਰ ਇਸ ਵੇਲੇ ਜਿਹੜਾ ਦੇਸ਼ ਦਾ ਮਾਹੌਲ ਬਣ ਰਿਹਾ ਉਹਦੇ ਵਿੱਚ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਇਹਨਾਂ ਨੂੰ 3 ਕਾਨੂੰਨਾਂ ਨੂੰ ਤੇ 5ਵਾਂ ਜਿਹੜਾ ਪਰਾਲੀ ਵਾਲਾ ਮਾਮਲਾ ਹੈ ਉਹਦਾ ਜਿਹੜਾ ਆਰਡੀਨੈਂਸ ਹੈ ਇਹ ਸਾਰੇ ਵਾਪਸ ਲੈ ਕੇ ਨਵੇਂ ਸਿਰਿਓਂ ਇੱਕ ਵੱਡਾ ਦਿਲ ਦਿਖਾਉਣਾ ਚਾਹੀਦਾ ਕੇਂਦਰ ਸਰਕਾਰ ਨੂੰ ਤੇ ਇਸ ਅੰਦੋਲਨ ਨੂੰ, ਤਾਂ ਕਿ ਕਿਸਾਨ ਵਾਪਸ ਲੈ ਸਕਣ। ਦੂਜੇ ਪਾਸੇ ਕਿਸਾਨਾਂ ਦੀ ਵੀ, ਜਿਹੜੇ ਕਿਸਾਨ ਆਗੂਆਂ ਦੀ ਵੀ ਇੱਕ ਲਿਮਿਟ ਹੈ। ਉਹਨਾਂ ਨੇ ਸਾਰੇ ਜਿਹੜੇ ਕਿਸਾਨ ਆਏ ਇੱਥੇ ਉਹ ਮਰਨ ਮਰਾਉਣ ਲਈ ਜਿਹੜੇ ਤਿਆਰ ਨੇ। ਇਸ ਕਰਕੇ ਜਿੰਨਾ ਚਿਰ ਉਹ ਗੱਲ ਕੇਂਦਰ ਸਰਕਾਰ ਨਹੀਂ ਕਰਦੀ ਉਹਨਾਂ ਲਈ ਵੀ ਵਾਪਸ ਮੁੜਨਾ ਸੌਖਾ ਨਹੀਂਗਾ। ਇਸ ਕਰਕੇ ਕੇਂਦਰ ਸਰਕਾਰ ਨੂੰ ਦੋਨੇ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਸਾਡੇ ਦੇਸ਼ ਦਾ ਜਮਹੂਰੀ ਨਿਜ਼ਾਮ ਆ, ਡੈਮੋਕ੍ਰੇਟਿਕ ਨਿਜ਼ਾਮ ਦੇ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਉਹਨਾਂ ਨੂੰ ਧਿਆਨ 'ਚ ਰੱਖਿਆ ਜਾਣਾ ਚਾਹੀਦਾ। नेहा, ਤੁਸੀਂ ਸੰਖੇਪ 'ਚ ਆਪਣਾ ਕੋਈ ਗੱਲ ਕਹਿਣਾ ਚਾਹੁੰਦੇ? ਆਪਣੇ ਸ਼ੋਅ ਦਾ ਸਮਾਂ ਖਤਮ ਹੋ ਗਿਆ। जी बिल्कुल, जो प्रस्ताव जिसकी बात इन्होंने ठुकरा दी प्रस्ताव केंद्र का, उसमें एक जो हम पहले भी कह रहे थे कि ये उम्मीद लगाई जाए थी, जो सुबह खबर ऐसी आ रही थी कि फास्ट ट्रैक कोर्ट की सुविधा दी जाएगी ऐसे मामलों के लिए, इस तरह का कोई यहाँ पर जिक्र नहीं किया गया प्रस्ताव में। साथ ही साथ APMC एक्ट में संशोधन की जो बात थी इसका भी कोई जिक्र नहीं किया गया प्रस्ताव में। तो ये कुछ बिंदु हैं जिससे मुझे लग रहा है कि जो किसान है जो आंदोलन कर रहे थे वो शायद नाराज हो गए और उन्होंने कहा कि अब तो आंदोलन और तीव्र करना पड़ेगा, उग्र करना पड़ेगा। यहाँ तक कि अब बीजेपी के मंत्रियों का भी घेराव किया जाएगा, जिला स्तर पर घेराव किया जाएगा और सभी बीजेपी से संबंधित जो मंत्री होंगे या फिर स्पोक्स पर्सन होंगे, नेता होंगे, उन सभी का घेराव करने का अब इरादा किसान कर रहे हैं, जो कि स्थिति जो है वो और भी पेचीदा हो गई है और लग नहीं रहा है कि अब निकट भविष्य में इसका कुछ हल जो है निकलेगा। क्योंकि बीजेपी के मंत्री पहले ऐसा सुबह सुनने को मिला, खबरें आई जी कि वो पहले प्रेस वार्ता करेंगे, लेकिन इस तरह की भी कुछ घटना सामने नहीं आई, कोई अपडेट नहीं आया। तो कुल मिला के यही लगता है कि जो स्थिति है और पेचीदा हो गई है, किसानों को अपने हक के लिए और भी जो आवाज़ है बुलंद करनी पड़ेगी। ਇੱਥੇ ਹੀ ਸਾਡੇ ਜਿਹੜਾ ਸ਼ੋਅ ਦਾ ਸਮਾਂ ਸਮਾਪਤ ਹੋ ਰਿਹਾ ਔਰ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ, ਜਿਸ ਤਰ੍ਹਾਂ ਸਾਡੀ ਗੱਲਬਾਤ ਦੇ ਵਿੱਚ ਤੁਸੀਂ ਸਾਰਾ ਸੁਣਿਆ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਕਿਸਾਨ ਨੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਦੱਖਣ ਭਾਰਤ ਦੇ ਕਿਸਾਨ ਹੈ ਉਹ ਕਿਸ ਤਰ੍ਹਾਂ ਉਸ ਪਾਸੇ ਆਪਣਾ ਅੰਦੋਲਨ ਮੰਗਾਉਣਗੇ ਔਰ ਜਿਹੜੇ ਉੱਤਰ ਭਾਰਤ ਦੇ ਕਿਸਾਨ ਹੈਗੇ ਆ ਉਹ ਸਾਰੇ ਕਿਸ ਤਰ੍ਹਾਂ ਦਿੱਲੀ ਦੇ ਦੁਆਲੇ ਜਿਸ ਤਰ੍ਹਾਂ ਚੱਲ ਰਿਹਾ ਅੰਦੋਲਨ ਉਸ ਨੂੰ ਹੋਰ ਤਿੱਖਾ ਕਰਨਗੇ ਤੇ ਕਿਸ ਤਰ੍ਹਾਂ ਸਾਰਾ ਅੰਦੋਲਨ ਜਿਹੜਾ ਉਸ ਦਾ ਫੋਕਸ ਜਿਹੜਾ ਅੰਬਾਨੀ ਤੇ ਅਡਾਨੀ ਦੇ ਜਿਹੜਾ ਖਿਲਾਫ ਹੈ, ਉਹਨਾਂ ਦਾ ਜਿਹੜੇ ਟੋਲ ਪਲਾਜ਼ੇ ਆ, ਜਿਹੜੇ ਪੈਟਰੋਲ ਪੰਪ ਹੈ, ਜਿਹੜੇ ਉਹਨਾਂ ਦੀ ਜੀਓ ਸਰਵਿਸ ਹੈ, ਇਹ ਸਾਰੇ ਦੇ ਦੁਆਲੇ ਜਿਹੜਾ ਇਕੱਠਾ ਹੁੰਦਾ ਜਾ ਰਿਹਾ, ਇੱਥੇ ਕੇਂਦਰਿਤ ਹੁੰਦਾ ਜਾ ਰਿਹਾ। ਤਾਂ ਇੱਥੇ ਹੀ ਅਸੀਂ ਅੱਜ ਦੀ ਜਿਹੜੀ ਇਸ ਆਪਣੇ ਸ਼ੋਅ ਨੂੰ ਸਮਾਪਤ ਕਰਾਂਗੇ ਤੇ ਹੁਣ ਸਾਨੂੰ ਦਿਓ ਆਗਿਆ। ਅਸੀਂ ਦੁਬਾਰਾ ਕੱਲ ਫਿਰ ਇਸੇ ਸਮੇਂ ਉੱਤੇ ਦੁਬਾਰਾ ਫਿਰ ਤੁਹਾਨੂੰ ਜਿਹੜੀਆਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ, ਜਿਹੜੀਆਂ ਹੋਰ ਘਟਨਾਵਾਂ ਹੋਣਗੀਆਂ, ਵਰਤਾਰੇ ਹੋਣਗੇ ਇਸ ਰੁਝਾਨ ਚ ਦੇ ਨਾਲ ਸੰਬੰਧਿਤ ਔਰ ਖਾਸ ਕਰਕੇ ਜਿਹੜਾ ਕਿਸਾਨ ਅੰਦੋਲਨ ਨਾਲ ਸੰਬੰਧਿਤ ਜੋ ਵੀ ਹੋਰ ਕੋਈ ਸਾਡੇ ਕੋਲ ਸੂਚਨਾ ਪਹੁੰਚੇਗੀ, ਰਿਪੋਰਟਾਂ ਆਉਣਗੀਆਂ, ਉਹ ਤੁਹਾਡੀ ਨਜ਼ਰ ਕਰਾਂਗੇ। ਤੁਹਾਡਾ ਸਾਡੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਬਾਕੀ ਦੇ ਪ੍ਰੋਗਰਾਮ ਵੀ ਇਸ ਤਰ੍ਹਾਂ ਹੀ ਦੇਖਦੇ ਰਹੋ। ਬਹੁਤ ਬਹੁਤ ਧੰਨਵਾਦ। धन्यवाद।